ਆਪਾਂ ਇਸ ਵੀਡੀਓ ਰਾਹੀਂ ਮਲਟੀਪਲ ਕੰਪੋਨੈਂਟ ਵਿੱਚੋਂ ਮਲਟੀਪਲ ਵੈਂਡਰ ਨੂੰ ਪੇਮੈਂਟ ਕਰਨ ਬਾਰੇ ਸਿੱਖਾਂਗੇ। ਸੋ ਇਸ ਦੇ ਲਈ ਅਸੀਂ ਮਾਸਟਰਸ ਦੇ ਵਿੱਚ ਬਲਕ ਕਸਟਮਾਈਜੇਸ਼ਨ ਤੇ ਮੈਨੇਜ ਦੇ ਵਿੱਚ ਜਾਵਾਂਗੇ। ਸੋ ਇੱਥੇ ਅਸੀਂ ਅਕਾਊਂਟ ਸਿਲੈਕਟ ਕਰਾਂਗੇ, ਵੈਂਡਰ ਦੀ ਆਪਸ਼ਨ ਤੇ ਕਲਿੱਕ ਕਰਾਂਗੇ ਤੇ ਇਸ ਸ਼ੀਟ ਜੋ ਬਲਕ ਕਸਟਮਾਈਜੇਸ਼ਨ ਅਸੀਂ ਬਣਾਉਣੀ ਹੈ ਉਸ ਨੂੰ ਕਸਟਮਾਈਜ਼ ਨੇਮ ਦੇਵਾਂਗੇ। ਸੋ ਇਹ ਨੇਮ ਯੂਨੀਕ ਹੋਣਾ ਚਾਹੀਦਾ ਹੈ ਜੋ ਕਿ ਪਹਿਲਾਂ ਕਿਸੇ ਵੱਲੋਂ ਵਰਤਿਆ ਨਾ ਗਿਆ ਹੋਵੇ। ਜਿਵੇਂ ਕਿ ਅਸੀਂ ਇੱਥੇ ਅੱਜ ਦੀ ਡੇਟ ਲਿਖ ਲੈਂਦੇ ਹਾਂ। ਸੋ ਇਸ ਤੋਂ ਬਾਅਦ ਅਸੀਂ ਕੰਪੋਨੈਂਟ ਵਾਈਜ਼ ਆਪਸ਼ਨ ਤੇ ਕਲਿੱਕ ਕਰਾਂਗੇ। ਸੋ ਕੰਪੋਨੈਂਟ ਵਾਈਜ਼ ਆਪਸ਼ਨ ਤੇ ਕਲਿੱਕ ਕਰਨ ਤੇ ਅਸੀਂ ਜਿਹੜੇ ਕੰਪੋਨੈਂਟ ਦੀ ਸਾਨੂੰ ਜ਼ਰੂਰਤ ਨਹੀਂ ਹੈ ਉਸ ਨੂੰ ਮਿਨੀਮਾਈਜ਼ ਕਰ ਲਵਾਂਗੇ ਅਤੇ ਸਮਗਰ ਸਿੱਖਿਆ ਅਭਿਆਨ ਦੇ ਕੰਪੋਨੈਂਟ ਨੂੰ ਮੈਕਸੀਮਾਈਜ਼ ਕਰਕੇ ਉਸ ਵਿੱਚੋਂ ਸਾਡੇ ਜ਼ਰੂਰਤ ਦੇ ਕੰਪੋਨੈਂਟ ਸਿਲੈਕਟ ਕਰਾਂਗੇ। ਅਸੀਂ ਇੱਥੇ ਕੰਪੋਨੈਂਟ ਸਿਲੈਕਟ ਕਰਨ ਤੋਂ ਬਾਅਦ ਜਿਨ੍ਹਾਂ ਵੈਂਡਰਸ ਨੂੰ ਪੇਮੈਂਟ ਕਰਨੀ ਹੈ ਉਹਨਾਂ ਨੂੰ ਸਿਲੈਕਟ ਕਰਾਂਗੇ। ਵੈਂਡਰ ਸਿਲੈਕਟ ਕਰਨ ਤੋਂ ਬਾਅਦ ਅਸੀਂ ਸੇਵ ਕਰਾਂਗੇ। ਸੇਵ ਦੀ ਆਪਸ਼ਨ ਕਰਨ ਤੇ ਸਾਨੂੰ ਮੈਸੇਜ ਡਿਸਪਲੇ ਹੋਇਆ ਕਿ ਕਸਟਮਾਈਜ਼ ਨੇਮ ਆਲਰੇਡੀ ਟੇਕਨ। ਸੋ ਇਹ ਨੇਮ ਪਹਿਲਾਂ ਹੀ ਕਿਸੇ ਵੱਲੋਂ ਲੈ ਲਿਆ ਗਿਆ ਹੈ। ਸੋ ਅਸੀਂ ਸਕੂਲ ਦਾ ਨਾਮ ਪਾ ਕੇ ਕੋਈ ਵੀ ਨੰਬਰ ਨਾਲ ਪਾ ਕੇ ਅਸੀਂ ਇਸ ਨੂੰ ਨੇਮ ਦੇ ਦੇਵਾਂਗੇ। ਸੋ ਜਿਵੇਂ ਬੜੁੰਦੀ ਨਾਲ ਅਸੀਂ 001 ਕਰਕੇ ਇਸ ਨੂੰ ਨਾਮ ਦੇ ਦਿੱਤਾ ਹੈ ਅਤੇ ਅਸੀਂ ਇਸ ਨੂੰ ਸੇਵ ਕਰਾਂਗੇ। ਸੋ ਇਸ ਤਰ੍ਹਾਂ ਰਿਕਾਰਡ ਸੇਵ ਸਕਸੈਸਫੁਲੀ ਹੋ ਜਾਵੇਗਾ ਅਤੇ ਇਸ ਤੋਂ ਬਾਅਦ ਅਸੀਂ ਐਕਸਪੈਂਡੀਚਰ ਟੈਬ ਦੇ ਵਿੱਚ ਐਡ ਨਿਊ 'ਤੇ ਜਾਵਾਂਗੇ। ਸੋ ਐਡ ਨਿਊ ਕਰਨ 'ਤੇ ਸੋ ਇੱਥੇ ਅਸੀਂ ਕਸਟਮਾਈਜੇਸ਼ਨ ਨੇਮ 'ਤੇ ਕਲਿੱਕ ਕਰਾਂਗੇ। ਸੋ ਕਲਿੱਕ ਕਰਨ 'ਤੇ ਸਾਡੇ ਕੋਲ ਵੈਂਡਰ ਡਿਟੇਲ ਓਪਨ ਹੋ ਜਾਵੇਗੀ ਜਿਨ੍ਹਾਂ ਨੂੰ ਅਸੀਂ ਪੇਮੈਂਟ ਕਰਨੀ ਹੈ ਅਤੇ ਜੋ ਕੰਪੋਨੈਂਟ ਅਸੀਂ ਸਿਲੈਕਟ ਕੀਤੇ ਸਨ ਉਹ ਇੱਥੇ ਆ ਜਾਣਗੇ। ਸੋ ਇੱਥੇ ਅਸੀਂ ਲੈਟਰ ਔਰ ਆਫਿਸ ਆਰਡਰ ਨੰਬਰ ਪਾਉਣਾ ਹੈ ਜੋ ਕਿ ਯੂਨੀਕ ਹੋਣਾ ਚਾਹੀਦਾ ਹੈ, ਜੋ ਕਿ ਕਿਸੇ ਵੱਲੋਂ ਵਰਤਿਆ ਨਾ ਗਿਆ ਹੋਵੇ। ਸੋ ਅੱਗੇ ਅਸੀਂ ਐਕਚੁਅਲ ਟ੍ਰਾਂਜੈਕਸ਼ਨ ਡੇਟ ਸਿਲੈਕਟ ਕਰਾਂਗੇ। ਐਕਸਪੈਂਡੀਚਰ ਦੇ ਵਿੱਚ ਅਸੀਂ ਟੋਟਲ ਅਮਾਊਂਟ ਜਿੰਨੀ ਪੇਮੈਂਟ ਕਰਨੀ ਹੈ ਉਸ ਨੂੰ ਲਿਖ ਦੇਵਾਂਗੇ ਅਤੇ ਨਰੇਸ਼ਨ ਨੂੰ ਲਿਖਾਂਗੇ। ਨਰੇਸ਼ਨ ਲਿਖਣ ਤੋਂ ਬਾਅਦ ਅਸੀਂ ਕੰਪੋਨੈਂਟ ਨੂੰ ਸਿਲੈਕਟ ਕਰਾਂਗੇ। ਕੰਪੋਨੈਂਟ ਸਿਲੈਕਟ ਕਰਨ ਤੋਂ ਬਾਅਦ ਸੋ ਸਾਨੂੰ ਜੋ ਇਹ ਮੈਸੇਜ ਆਇਆ ਸੀ ਇਸ ਨੂੰ ਓਕੇ ਕਰਕੇ ਪ੍ਰੋਸੈਸ ਕਰਾਂਗੇ। ਸੋ ਕੰਪੋਨੈਂਟ ਸਿਲੈਕਟ ਕਰਨ ਤੋਂ ਬਾਅਦ ਅਸੀਂ ਵੈਂਡਰਸ ਨੂੰ ਸਿਲੈਕਟ ਕਰਾਂਗੇ ਅਤੇ ਇੱਥੇ ਐਕਸਪੈਂਡੀਚਰ ਟਾਈਪ ਦੇ ਵਿੱਚ ਅਸੀਂ ਰੈਵਨਿਊ ਸਿਲੈਕਟ ਕਰਾਂਗੇ। ਸੋ ਸਾਡਾ ਟੋਟਲ ਐਕਸਪੈਂਡੀਚਰ ਅਸੀਂ ਇੱਥੇ ਭਰ ਲਿਆ ਹੈ।
ਇਸ ਤੋਂ ਬਾਅਦ ਅਸੀਂ ਜਿੰਨੇ ਵੀ ਵੈਂਡਰ ਨੂੰ ਪੇਮੈਂਟ ਕਰਨੀ ਹੈ ਉਹਨਾਂ ਨੂੰ ਕਲਿੱਕ ਕਰਾਂਗੇ। ਕਲਿੱਕ ਕਰਨ ਤੋਂ ਬਾਅਦ ਅਸੀਂ ਉਹਨਾਂ ਦੀ ਅਮਾਊਂਟ ਭਰਾਂਗੇ। ਸੋ ਮੈਂ ਇੱਥੇ ਕੋਈ ਵੀ ਸਟੈਪ ਸਕਿਪ ਨਹੀਂ ਕਰ ਰਿਹਾ ਹਾਂ। ਸੋ ਆਪਾਂ ਸਾਰੀ ਵੀਡੀਓ ਨੂੰ ਇਸੇ ਤਰ੍ਹਾਂ ਦੇਖਦੇ ਹਾਂ। ਸੋ ਜਿੰਨੇ ਵੀ ਕੰਪੋਨੈਂਟ ਅਸੀਂ ਸਿਲੈਕਟ ਕੀਤੇ ਸਨ ਉਹ ਇੱਥੇ ਹਰ ਇੱਕ ਵੈਂਡਰ ਦੇ ਅੱਗੇ ਸ਼ੋ ਹੋ ਰਹੇ ਹਨ। ਸੋ ਜਿਹੜੇ ਕੰਪੋਨੈਂਟ ਵਿੱਚੋਂ ਉਸ ਵੈਂਡਰ ਨੂੰ ਪੇਮੈਂਟ ਕਰਨੀ ਹੈ ਅਸੀਂ ਉਸ ਅੱਗੇ ਰਕਮ ਲਿਖ ਦੇਵਾਂਗੇ। ਸੋ ਰਕਮ ਲਿਖਣ ਤੋਂ ਬਾਅਦ ਟੋਟਲ ਅਮਾਊਂਟ ਕਾਲਮ ਦੇ ਵਿੱਚ ਉਹ ਰਕਮ ਆ ਜਾਵੇਗੀ। ਸੋ ਮੈਂ ਵੀਡੀਓ ਨੂੰ ਇੱਥੋਂ ਸਕਿਪ ਕਰ ਦਿੰਦਾ ਹਾਂ ਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਵੇਗੀ। ਅਸੀਂ ਵੈਂਡਰ ਦੇ ਨਾਮ ਦੇ ਅੱਗੇ ਟਿਕ ਕਰਕੇ ਅਮਾਊਂਟਸ ਲਿਖ ਦੇਣੀਆਂ ਹਨ। ਸੋ ਸਾਡੀ ਨੈਟ ਅਮਾਊਂਟ ਅਤੇ ਐਕਸਪੈਂਡੀਚਰ ਅਮਾਊਂਟ ਇੱਥੇ ਮੈਚ ਕਰ ਰਹੀ ਹੈ। ਸੋ ਅਸੀਂ ਇਸ ਨੂੰ ਚੈੱਕ ਕਰ ਲੈਂਦੇ ਹਾਂ ਕਿ ਅਸੀਂ ਇਹ ਰਕਮ ਸਹੀ ਭਰੀ ਹੈ, ਤਾਂ ਤੁਸੀਂ ਵੀ ਇੱਕ ਵਾਰ ਜ਼ਰੂਰ ਚੈੱਕ ਕਰ ਲੈਣੀ ਹੈ। ਸੋ ਚੈੱਕ ਕਰਨ ਤੋਂ ਬਾਅਦ ਅਸੀਂ ਇਸ ਨੂੰ ਅੱਗੇ ਪ੍ਰੋਸੈਸ ਕਰਾਂਗੇ। ਸਾਰੀ ਡਿਟੇਲ ਚੈੱਕ ਕਰਨ ਤੋਂ ਬਾਅਦ ਅਸੀਂ ਸਬਮਿਟ 'ਤੇ ਕਲਿੱਕ ਕਰਾਂਗੇ। ਸੋ ਸਬਮਿਟ ਕਰਨ 'ਤੇ 0 ਇਜ਼ ਨਾਟ ਅਲਾਉਡ। ਸੋ ਜਿਹੜੇ ਕੰਪੋਨੈਂਟ ਵਿੱਚ ਅਸੀਂ ਵੈਂਡਰ ਨੂੰ ਅਮਾਊਂਟ ਪੇ ਨਹੀਂ ਕਰਨੀ ਹੈ ਤਾਂ ਅਸੀਂ ਉਹਨਾਂ ਕੰਪੋਨੈਂਟਸ ਨੂੰ ਡਿਲੀਟ ਕਰ ਦੇਵਾਂਗੇ। ਸੋ ਸਾਰੀਆਂ 0 ਫਿਗਰਸ ਕੰਪੋਨੈਂਟ ਨੂੰ ਅਸੀਂ ਡਿਲੀਟ ਕਰ ਦੇਵਾਂਗੇ। ਹੁਣ ਅਸੀਂ ਸਾਰੇ 0 ਫਿਗਰ ਕੰਪੋਨੈਂਟ ਨੂੰ ਡਿਲੀਟ ਕਰਕੇ ਸਬਮਿਟ ਕਰਾਂਗੇ। ਸੋ ਸਬਮਿਟ ਕਰਨ 'ਤੇ ਸਾਡੇ ਕੋਲ ਵਾਊਚਰ ਨੰਬਰ ਜਨਰੇਟ ਹੋ ਗਿਆ ਹੈ ਅਤੇ ਅਸੀਂ ਅੱਗੇ ਪ੍ਰੋਸੈਸ ਲਈ ਯੈਸ ਕਰਾਂਗੇ। ਸਾਰੀ ਡਿਟੇਲ ਚੈੱਕ ਕਰਨ ਤੋਂ ਬਾਅਦ ਅਸੀਂ ਨੈਕਸਟ ਕਰਾਂਗੇ। ਸੋ ਨੈਕਸਟ ਕਰਨ ਤੋਂ ਬਾਅਦ ਨੀਚੇ ਅਸੀਂ ਨਰੇਸ਼ਨ ਫਾਰ ਪਾਸਬੁੱਕ ਲਿਖਾਂਗੇ। ਸੋ ਦੁਕਾਨਦਾਰ ਦੀ ਰੈਫਰੈਂਸ ਲਈ ਅਸੀਂ ਆਪਣੇ ਸਕੂਲ ਦਾ ਨਾਮ ਲਿਖ ਰਹੇ ਹਾਂ। ਤੁਸੀਂ ਆਪਣੇ ਹਿਸਾਬ ਨਾਲ ਇਹ ਨਰੇਸ਼ਨ ਲਿਖ ਲੈਣੀ ਹੈ। ਸੋ ਨਰੇਸ਼ਨ ਲਿਖਣ ਤੋਂ ਬਾਅਦ ਅਸੀਂ ਕਨਫਰਮ ਕਰਾਂਗੇ। ਸੋ ਇੱਥੇ ਅਸੀਂ ਕਨਫਰਮ ਦਾ ਬਟਨ ਕਲਿੱਕ ਕਰ ਦਿੱਤਾ ਹੈ। ਸੋ ਅੱਜ ਨੈੱਟ ਸਲੋ ਹੋਣ ਕਰਕੇ ਪ੍ਰੋਸੈਸਿੰਗ ज़्यादा हो रही है। सो वीडियो इस करके लंबी हो रही है। पेई डिटेल सेव सक्सैसफुली तो असी नैक्सट करांगे। सो असी कुछ समा वेट करांगे। इत्थे सानू डिटेल शो होवेगी। सो इस तरह सानू ये डिटेल शो हो जाएगी। सो इत्थे असी कंपोनेंट चंगी तरह चेक करके सबमिट फॉर अप्रूवल करांगे। सो जेकर असी इस ट्रांजैक्शन नू कैंसल करना है तो असी इत्थे इसनू कैंसल भी कर सकते हैं। सो इस तो बाद असी डाटा अप्रूवर दी आईडी दे विच एक्सपेंडिचर
ਬਲਕ ਫੰਡ ਦੇ ਵਿੱਚ ਜਾਵਾਂਗੇ। ਸੋ ਇੱਥੇ ਅਸੀਂ ਜੋ ਆਫਿਸ ਆਰਡਰ ਨੰਬਰ ਜਨਰੇਟ ਕੀਤਾ ਹੈ ਉਸ 'ਤੇ ਕਲਿੱਕ ਕਰਾਂਗੇ। ਸੋ ਡਾਟਾ ਅਪਰੂਵਰ ਦੀ ਆਈਡੀ ਵਿੱਚ ਵੀ ਇਸ ਤਰ੍ਹਾਂ ਪੂਰੀ ਡਿਟੇਲ ਸ਼ੋ ਹੋਵੇਗੀ ਅਤੇ ਅਸੀਂ ਇੱਥੇ ਵੈਂਡਰ ਨੇਮ, ਰਕਮ ਅਤੇ ਕੰਪੋਨੈਂਟ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਇਸ ਨੂੰ ਅਪਰੂਵ ਕਰਾਂਗੇ। ਸੋ ਇੱਥੇ ਅਸੀਂ ਅਪਰੂਵ ਦਾ ਬਟਨ ਦੱਬਣ 'ਤੇ ਕਨਫਰਮ ਕਰਾਂਗੇ। ਸੋ ਇਹ ਐਕਸਪੈਂਡੀਚਰ ਅਪਰੂਵ ਹੋਣ ਤੋਂ ਬਾਅਦ ਸਾਡੀ PPA ਜਨਰੇਟ ਹੋ ਜਾਵੇਗੀ। ਸੋ ਪ੍ਰਿੰਟ ਪੇਮੈਂਟ ਐਡਵਾਈਸ 'ਤੇ ਕਲਿੱਕ ਕਰਨ 'ਤੇ ਸਾਨੂੰ ਇਹ ਐਕਸਪਾਇਰੀ ਸ਼ੋ ਕਰੇਗਾ ਅਤੇ ਸੋ ਅਸੀਂ ਇੱਥੇ ਪॉपअप ਅਲਾਉ ਕਰਾਂਗੇ ਅਤੇ ਪ੍ਰਿੰਟ ਦੀ ਕਮਾਂਡ ਦੇਵਾਂਗੇ। ਸੋ ਅਸੀਂ ਇਸ ਮੈਸੇਜ ਨੂੰ ਓਕੇ ਕਰਾਂਗੇ ਅਤੇ ਸਾਡੇ ਕੋਲ ਪ੍ਰਿੰਟ ਡਾਇਲੌਗ ਖੁੱਲ੍ਹ ਜਾਵੇਗਾ। ਸੋ ਅਸੀਂ ਆਪਣਾ ਪ੍ਰਿੰਟਰ ਸਿਲੈਕਟ ਕਰਾਂਗੇ। ਸੋ ਮੈਂ ਇੱਥੇ PDF ਬਣਾਉਣ ਲਈ ਮਾਈਕਰੋਸਾਫਟ ਪ੍ਰਿੰਟ ਟੂ PDF ਨੂੰ ਸਿਲੈਕਟ ਕੀਤਾ ਹੈ। ਸੋ ਇਸ ਤੋਂ ਬਾਅਦ ਅਸੀਂ ਮੋਰ ਸੈਟਿੰਗ ਵਿੱਚ ਜਾ ਕੇ ਪੇਜ ਦੀ ਸੈਟਿੰਗ ਕਰਾਂਗੇ ਅਤੇ ਇਸ ਦਾ ਸਕੇਲ ਵੀ ਵੱਧ ਘੱਟ ਕਰ ਸਕਦੇ ਹਾਂ ਅਤੇ ਪ੍ਰਿੰਟ ਲੈ ਲਵਾਂਗੇ। ਥੈਂਕ ਯੂ।